ਅੱਜ ਦੇ ਜ਼ਮਾਨੇ ਵਿੱਚ ਆਨਲਾਈਨ ਲੋਕਾਂ ਨੂੰ ਆਪਣੇ ਝਾਂਸੇ ਵਿੱਚ ਫਸਾ ਕੇ ਠੱਗੀ ਦੇ ਮਾਮਲੇ ਵੱਧਦੇ ਜਾ ਰਹੇ ਨੇ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਆਨਲਾਈਨ ਐਪ ਦੇ ਜ਼ਰੀਏ ਇੱਕ ਨੌਜਵਾਨ ਨੇ ਗੇ ਦੋਸਤ ਬਣਾ ਕੇ ਉਸ ਨਾਲ ਆਨਲਾਈਨ ਠੱਗੀ ਕਰ ਦਿੱਤੀ ਅਤੇ ਉਸ ਤੋਂ ਬਾਅਦ ਪੀੜਤ ਨੌਜਵਾਨ ਵੱਲੋਂ ਇਸ ਦੀ ਜਾਣਕਾਰੀ ਅੰਮ੍ਰਿਤਸਰ ਥਾਣਾ ਸਦਰ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਵੱਲੋਂ ਹੁਣ ਇਸ ਮਾਮਲੇ 'ਚ ਆਰੋਪੀ ਨੌਜਵਾਨ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਅੰਮ੍ਰਿਤਸਰ ਕਮਿਸ਼ਨਰ ਦੇ ਥਾਣਾ ਸਦਰ ਵਿਖੇ ਕੱਲ ਸਾਨੂੰ ਵਿਪਿਨ ਕੁਮਾਰ ਸਨ ਆਫ ਨੰਦ ਲਾਲ, ਜੋ ਕਿ ਜਹਾਂਗੀਰਪੁਰ ਬਿਹਾਰ ਦਾ ਰਹਿਣ ਵਾਲਾ ਵਾ, ਜਿਸ ਦੀ ਉਮਰ ਕਰੀਬ 20 ਸਾਲ ਹੈ। ਇਹ ਹਾਲ ਵਾਸੀ ਅਜੀਤ ਨਗਰ ਰਹਿ ਰਿਹਾ ਵਾ ਤੇ ਕਲਸੀ ਵੈਟਰਨਰੀ ਹਸਪੀਟਲ ਦੇ ਵਿੱਚ ਐਜ਼ ਗਰੂਮਰ ਦਾ ਜੌਬ ਕਰ ਰਿਹਾ ਵਾ। ਇਸ ਨੇ ਦੱਸਿਆ ਕਿ ਉਹ ਇੱਕ ਗੇ ਅਤੇ ਗ੍ਰਾਈਂਡਰ ਐਪ ਦਾ ਇਸਤੇਮਾਲ ਕਰਦਾ ਵਾ। ਇਸ ਐਪ ਦੇ ਰਾਹੀਂ ਉਸ ਦੀ ਮੁਲਾਕਾਤ ਕਰਨਦੀਪ ਸਿੰਘ ਪੁੱਤਰ ਸਤਨਾਮ ਸਿੰਘ ਨਾਲ ਹੋਈ। ਇਸ ਤੋਂ ਬਾਅਦ ਇਹਨਾਂ ਨੇ ਆਪਸ ਦੇ ਵਿੱਚ ਇੱਕ ਦੂਜੇ ਨਾਲ ਨੰਬਰ ਐਕਸਚੇਂਜ ਕਰ ਲਈ ਤੇ ਕਰਨਦੀਪ ਸਿੰਘ ਨੇ ਇਸ ਨੂੰ ਦੱਸਿਆ ਕਿ ਇਹ ਉਸ ਦੀ ਜੌਬ HDFC ਬੈਂਕ ਦੇ ਵਿੱਚ ਬਤੌਰ ਮਾਰਕੀਟਿੰਗ ਮੈਨੇਜਰ ਕਰਵਾ ਸਕਦਾ ਵਾ, ਜਿਸ ਵਾਸਤੇ ਇਸ ਨੂੰ ਇਹ ਫਾਰਮ ਭਰਨਾ ਪਵੇਗਾ। ਉਸਨੇ ਅਲੱਗ-ਅਲੱਗ ਫਾਰਮਸ ਦੇ ਉੱਤੇ ਸਿਗਨੇਚਰ ਵੀ ਕਰਾਏ ਤੇ ਉਸ ਤੋਂ ਬਾਅਦ ਇਸ ਨੂੰ ਕਿਹਾ ਕਿ ਇਸ ਵਾਸਤੇ ਤਾਂ ਤੇਰੀ ਇੰਨੀ ਅਲੱਗ-ਅਲੱਗ ਜਗ੍ਹਾ ਦੀ ਫੀਸ ਜਾਂ ਤੈਨੂੰ ਇੰਨੀ ਰਿਸ਼ਵਤ ਦੇਣੀ ਪਵੇਗੀ। ਇਸ ਤੋਂ ਬਾਅਦ ਇਸਨੇ ਫੋਨ ਪੇ ਦੇ ਰਾਹੀਂ ਪਿਛਲੇ 15 ਦਿਨਾਂ ਦੇ ਵਿੱਚ ਇਸ ਕੋਲੋਂ 23,600 ਰੁਪਏ ਅਲੱਗ-ਅਲੱਗ ਟਾਈਮ ਤੇ ਆਨਲਾਈਨ ਟ੍ਰਾਂਜੈਕਸ਼ਨ ਕਰਕੇ ਇਸਨੇ ਆਪਣੇ ਖਾਤੇ ਦੇ ਵਿੱਚ ਪਵਾਏ ਨੇ। ਹੁਣ ਇਹ ਜੋ ਵਿਪਿਨ ਕੁਮਾਰ ਹੈ, ਇਸ ਤੋਂ ਹੋਰ ਪੈਸਿਆਂ ਦੀ ਵੀ ਮੰਗ ਕਰ ਰਿਹਾ ਸੀ ਕਿ ਅਗਰ ਨੌਕਰੀ ਲੱਗਣਾ ਤਾਂ ਇੰਨੇ ਹੋਰ ਪੈਸੇ ਦਿੱਤੇ ਜਾਣ, ਅਦਰਵਾਈਜ਼ ਉਸ ਦਾ ਜੋ ਐਗਰੀਮੈਂਟ ਹੁਣ ਤੱਕ ਉਹਦੇ ਨਾਲ ਹੋਇਆ ਵਾ ਨੌਕਰੀ ਦੇਣ ਦਾ, ਉਹ ਐਗਰੀਮੈਂਟ ਕੈਂਸਲ ਹੋ ਜਾਊਗਾ। ਇਸ ਤੋਂ ਬਾਅਦ ਇਸਨੇ ਕੱਲ ਕਰਨਦੀਪ ਨੇ ਜਦੋਂ ਇਸ ਤੋਂ 7,000 ਦੀ ਮੰਗ ਕੀਤੀ ਤਾਂ ਉਸਨੇ ਕਿਹਾ ਕਿ ਉਹ ਖੰਡੇ ਵਾਲੇ ਚੌਂਕ ਦੇ ਕੋਲ ਆ ਕੇ ਉਸ ਨੂੰ 7,000 ਰੁਪਇਆ ਦੇ ਜੇ। ਇਸ ਤੋਂ ਬਾਅਦ ਜਦੋਂ ਮੁਦਈ ਨੂੰ ਸ਼ੱਕ ਹੋਇਆ ਕਿ ਉਸ ਨਾਲ ਕਿਸੇ ਤਰੀਕੇ ਨਾਲ ਠੱਗੀ ਹੋ ਸਕਦੀ ਆ ਤਾਂ ਉਸਨੇ ਤੁਰੰਤ ਪੁਲਿਸ ਨੂੰ ਇਸ ਚੀਜ਼ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਅਸੀਂ ਅਧੀਨ ਧਾਰਾ 420 ਤੇ 66 IT ਐਕਟ ਦੇ ਤਹਿਤ ਦੋਸ਼ੀ ਕਰਨਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਬੁੱਗਾ ਜ਼ਿਲ੍ਹਾ ਤਰਨਤਾਰਨ ਉਸ ਦੇ ਖਿਲਾਫ ਮੁਕੱਦਮਾ ਰਜਿਸਟਰ ਕੀਤਾ। ਜਦੋਂ ਅਸੀਂ ਯੋਜਨਾਬੰਦ ਤਰੀਕੇ ਦੇ ਨਾਲ ਉਸ ਬੰਦੇ ਨੂੰ ਕਾਬੂ ਕਰਨ ਲਈ ਮੁਦਈ ਨੂੰ ਨਾਲ ਲੈ ਗਏ ਤਾਂ ਅਸੀਂ ਉਸ ਨੂੰ ਮੌਕੇ ਤੋਂ ਅਰੈਸਟ ਕਰਨ ਵਿੱਚ ਕਾਮਯਾਬ ਹੋਏ ਹਾਂ। ਸੋ ਉਸ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਜੋ ਦੋਸ਼ੀ ਹੈ ਕਰਨਦੀਪ ਹੈ, ਬੜਾ ਸ਼ਾਤਰ ਤਰ੍ਹਾਂ ਦਾ ਮੁਜਰਮ ਹੈ। ਉਸਨੇ ਅਲੱਗ-ਅਲੱਗ ਉਸ ਕੋਲ 5 ਸਿਮਾਂ ਬਰਾਮਦ ਹੋਈਆਂ ਨੇ, ਜਿਸ ਵਿੱਚ ਉਹਨੇ ਅਲੱਗ-ਅਲੱਗ ਨੰਬਰਾਂ ਦੇ ਨਾਲ 3 ਅਲੱਗ-ਅਲੱਗ WhatsApp ਬਣਾਏ ਹੋਏ ਸੀ। ਇੱਕ WhatsApp ਤੋਂ ਉਹ ਖੁਦ ਬਤੌਰ ਕਰਨਦੀਪ ਉਸ ਦੇ ਨਾਲ ਗੱਲ ਕਰਦਾ ਸੀ, ਦੂਸਰੇ ਤੋਂ ਉਹ ਬਤੌਰ HDFC ਦਾ ਜਨਰਲ ਮੈਨੇਜਰ ਹੋ ਕੇ ਗੱਲ ਕਰਦਾ ਸੀ ਕਿ ਤੁਹਾਡੀ ਐਪਲੀਕੇਸ਼ਨ ਨੌਕਰੀ ਵਾਸਤੇ ਆਈ ਆ, ਬਟ ਤੁਸੀਂ ਇਸ ਦੀ ਫੀਸ ਨਹੀਂ ਭਰ ਰਹੇ, ਇਸ ਕਰਕੇ ਫੀਸ ਪੁਖਤਾ ਇੰਤਜ਼ਾਮ ਕਰਕੇ ਫੀਸ ਭਰੀ ਜਾਵੇ। ਤੀਸਰਾ ਉਸ ਦੀ ਮਾਂ ਬਣ ਕੇ ਅਲੱਗ-ਅਲੱਗ ਤਰੀਕੇ ਨਾਲ ਉਸ ਨਾਲ ਗੱਲ ਕਰ ਰਿਹਾ ਸੀ। ਸੋ ਇੱਕ ਤਰੀਕੇ ਨਾਲ ਉਸ ਨਾਲ ਠੱਗਾ ਠੋਰੀ ਕਰ ਰਿਹਾ ਸੀ ਤੇ ਇਸ ਦੀ ਅਰੈਸਟ ਕਰਕੇ ਇਸ ਕੋਲੋਂ ਫੋਨ ਬਰਾਮਦ ਹੋਇਆ ਤੇ ਅਲੱਗ-ਅਲੱਗ ਜੋ 5 ਸਿਮ ਇਸਨੇ ਲਏ ਹੋਏ ਸੀ ਉਹ ਵੀ ਇਸ ਕੋਲੋਂ ਬਰਾਮਦ ਹੋਏ। ਸਿਮਾਂ 2 ਨੰਬਰ ਦੀ ਸੀ ਜਾਂ ਨਹੀਂ ਆਪਣੇ ਨਾਮ? ਇਹ ਅਸੀਂ ਜੀ ਵੈਰੀਫਾਈ ਕਰ ਰਹੇ ਹਾਂ। ਇਸ ਦੇ ਜੋ ਸਬਸਕ੍ਰਾਈਬਰ ਡਿਟੇਲ ਫਾਰਮ ਹੁੰਦਾ ਵਾ, ਉਸ ਦੇ ਸਾਰੇ 5 ਸਿਮਾਂ ਦੇ ਫਾਰਮ ਕਢਵਾਏ ਜਾ ਰਹੇ ਨੇ। ਅਗਰ ਉਸਨੇ ਜਾਲੀ ID ਕਾਰਡ ਤੇ ਜਾਂ ਕਿਸੇ ਹੋਰ ID ਤੇ ਸਿਮ ਕਾਰਡਸ ਲਏ ਹੋਣਗੇ ਤਾਂ ਬਣਦੀ ਧਾਰਾਵਾਂ ਦਾ ਇਸ ਪਰਚੇ ਦੇ ਵਿੱਚ ਵਾਧਾ ਕੀਤਾ ਜਾਵੇਗਾ। ਦੁਕਾਨਦਾਰਾਂ ਦੇ ਉੱਤੇ ਵੀ ਕਾਰਵਾਈ ਕੀਤੀ ਜਾਏਗੀ ਜਿਨ੍ਹਾਂ ਕੋਲ ਸਿਮਾਂ ਲਿੱਤੀਆਂ, ਕਿਉਂਕਿ ਜਦੋਂ ਕੋਲ ਫੋਟੋ ਨਹੀਂ ਹੁੰਦੀ ਸਿਮਾਂ ਨਹੀਂ ਮਿਲਦੀਆਂ। ਬਿਲਕੁਲ ਜੀ, ਅਗਰ ਇਸ ਬੰਦੇ ਨੇ ਕਿਸੇ ਦੁਕਾਨਦਾਰ ਕੋਲੋਂ ਇਲੀਗਲ ਤਰੀਕੇ ਨਾਲ ਕਿਸੇ ਦੀ ID ਦਾ ਵਰਤੋਂ ਕਰਕੇ ਅਗਰ ਉਹ ਵੀ ਇਸ ਚੀਜ਼ ਦੇ ਵਿੱਚ ਭਾਗੀਦਾਰੀ ਹਨ ਜਾਂ ਕੋਈ ਮਹਿੰਗਾ ਸਿਮ ਵੇਚਣ ਦੇ ਚੱਕਰ 'ਚ ਕਿਸੇ ਨੇ ਇਲੀਗਲ ID ਜਾਂ ਕਿਸੇ ਹੋਰ ID ਤੇ ਕਿਸੇ ਦਾ ਸਿਮ ਇਸ਼ੂ ਕਰਕੇ ਇਸ ਨੂੰ ਦਿੱਤਾ ਵਾ ਤਾਂ ਉਹ ਦੁਕਾਨਦਾਰਾਂ ਨੂੰ ਇਸ ਦੇ ਵਿੱਚ ਦੋਸ਼ੀ ਸਰ ਕੀਤਾ। ਕਿੰਨੇ ਲੋਕਾਂ ਨਾਲ ਠੱਗੀ ਹੋਈ ਹੈ? ਐਪ ਦੀ ਜਿਹੜੀ ਗੱਲ ਕਰਦੇ ਨੇ ਉਹ ਕਿਸ ਤਰੀਕੇ ਨਾਲ ਯੂਜ਼ ਕਰਦੇ ਸੀ ਕਿ ਉਹ ਐਪ ਦੇ ਇੱਕ ਜੀ ਜੋ ਗੇ ਲੋਕ ਹੁੰਦੇ ਨੇ ਉਹ ਅਲੱਗ-ਅਲੱਗ ਜਿਵੇਂ ਡੇਟਿੰਗ ਲਈ ਐਪ ਦਾ ਇਸਤੇਮਾਲ ਕਰਦੇ ਨੇ ਤੇ ਇਸ ਗ੍ਰਾਈਂਡਰ ਦੇ ਐਪ ਦੇ ਰਾਹੀਂ ਇਹਨਾਂ ਦੋਨਾਂ ਦੀ ਮੁਲਾਕਾਤ ਹੋਈ ਸੀ, ਜਿਸ ਤੋਂ ਬਾਅਦ ਅੱਗੇ ਇਸਨੇ ਠੱਗੀ ਠੋਰੀ ਕਰਨੀ ਸ਼ੁਰੂ ਕੀਤੀ। ਕਿੰਨੇ ਲੋਕਾਂ ਨਾਲ ਠੱਗੀ ਹੋਈ? ਇਹ ਹੁਣ ਤੱਕ ਜੀ ਇਸ ਦਾ ਫੋਨ ਅਸੀਂ ਇਸ ਦੀ ਸਰਚ ਕਰ ਰਹੇ ਹਾਂ। ਫੋਨ ਦੇ ਵਿੱਚ ਸਾਨੂੰ ਹੋਰ ਵੀ ਕਈ ਇਹਦੀਆਂ ਡਾਊਟਫੁਲ ਚੈਟਸ ਲੱਗੀਆਂ ਨੇ। ਜਦੋਂ ਪੂਰਨ ਤੌਰ ਤੇ ਇਹਦੀ ਫੋਨ ਦੀ ਅਸੀਂ ਸਟੱਡੀ ਕਰਾਂਗੇ ਹੋਰ ਵੀ ਕਿੰਨੇ ਲੋਕਾਂ ਨਾਲ ਠੱਗੀ ਕਰ ਰਿਹਾ ਸੀਗਾ, ਕਿਸ ਤਰੀਕੇ ਨਾਲ ਅਲੱਗ-ਅਲੱਗ ਨਾਵਾਂ ਤੇ ਕਰ ਰਿਹਾ ਸੀ, ਉਸ ਤੋਂ ਬਾਅਦ ਅਸੀਂ ਉਹਨਾਂ ਮੁਦਈਆਂ ਨੂੰ ਵੀ ਬੁਲਾ ਕੇ ਇਸੇ ਪਰਚੇ ਦੇ ਵਿੱਚ ਉਸ ਚੀਜ਼ ਦੇ ਤਹਿਤ ਇਸ ਦੇ ਖਿਲਾਫ ਕਾਰਵਾਈ ਕਰਾਂਗੇ। ਸਰ ਇਹ ਵੀ ਗੇ ਹੈ ਜਿਹੜਾ ਦੋਸ਼ੀ ਹੈ? ਇਹ ਕਹਿ ਨਹੀਂ ਸਕਦੇ ਜੀ ਉਸਨੇ ਠੱਗੀ ਠੋਰੀ ਕਰਨ ਵਾਸਤੇ ਹੀ ਇਸ ਚੀਜ਼ ਦੀ ਇਸ ਨਾਲ ਮੁਲਾਕਾਤ ਕੀਤੀ ਜਾਂ ਅਸਲ ਵਿੱਚ ਉਹ ਵੀ ਇਸ ਪ੍ਰਵਿਰਤੀ ਦਾ ਇਨਸਾਨ ਹੈ। ਸੋ ਇਹ ਪਾਰਟ ਆਫ ਇਨਵੈਸਟੀਗੇਸ਼ਨ। ਕੰਪਲੇਨਟ ਗੇ ਹੈ? ਕੰਪਲੇਨਰ ਨੇ ਖੁਦ ਆਪਣੇ ਬਿਆਨ ਦੇ ਵਿੱਚ ਦੱਸਿਆ ਕਿ ਉਹ ਗਿਆ ਜੀ। ਤੇ ਕੀ ਇਹਦਾ ਗੇ ਦਾ ਹਲੇ ਪਤਾ ਨਹੀਂ ਹੈ? ਬਿਲਕੁਲ ਜੀ। ਤੇ ਹੁਣ ਸਰ ਦੋਸ਼ੀ ਫੜ ਲਿਆ? ਬਿਲਕੁਲ ਜੀ, ਦੋਸ਼ੀ ਨੂੰ ਅਸੀਂ ਕਾਬੂ ਕਰ ਲਿਆ। ਉਹਦੇ ਕੋਲੋਂ ਫੋਨ ਤੇ ਜੋ ਅਲੱਗ-ਅਲੱਗ ਉਹ ਸਿਮ ਕਾਰਡਸ ਵਰਤਦਾ ਸੀ ਉਹ ਬਰਾਮਦ ਹੋ ਗਏ ਨੇ। ਉਸਦੇ ਫੋਨ ਦੇ ਵਿੱਚ ਜੋ ਟ੍ਰਾਂਜੈਕਸ਼ਨ ਕੀਤੀਆਂ ਸੀ ਅਸੀਂ ਉਹ ਵੀ ਡਰਾਈਵ ਕਰ ਲਈਆਂ ਨੇ। ਸੋ ਟੈਕਨੀਕਲ ਤਰੀਕੇ ਨਾਲ ਉਹਨਾਂ ਨੂੰ ਵੀ ਦੇਖਿਆ ਜਾ ਰਿਹਾ ਵਾ ਤੇ ਇਸ ਵਿੱਚ ਅਸੀਂ ਅੱਗੇ ਤਫਤੀਸ਼ ਅਜੇ ਕਰ ਰਹੇ ਹਾਂ ਜੀ। ਕੋਈ ਕੈਸ਼ ਕੁਛ ਮਿਲਿਆ? ਹਜੇ ਤੱਕ ਕੋਈ ਇਹੋ ਜਿਹੀ ਇਹਦੇ ਕੋਲੋਂ ਰਿਕਵਰੀ ਨਹੀਂ ਹੋਈ। ਇਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਹੋਰ ਉਸਨੇ ਕਿਸ ਜਗ੍ਹਾ ਇਹ ਫੋਨ
ਪੈਸੇ ਵਰਤੇ ਨੇ, ਕਿਸ ਤਰੀਕੇ ਲਈ ਵਰਤੇ ਨੇ। ਸੋ ਸਾਨੂੰ ਇਹ ਬਰਾਮਦਗੀ ਹੋਣ ਦੀ ਵੀ ਪੂਰੀ ਉਮੀਦ ਆ ਤੇ ਹੋਰ ਵੀ ਇਸ ਕੋਲੋਂ ਜੋ ਠੱਗੀ ਠੋਰੀ ਕੀਤੀ ਆ ਉਹ ਵੀ ਸਾਨੂੰ ਫਾਈਂਡ ਆਊਟ ਹੋ ਸਕਦੀ ਹੈ। ਜੇ ਹੁਣ ਤੱਕ ਦਾ ਪਹਿਲਾ ਹੀ ਮਾਮਲਾ ਹੈ ਜਾਂ ਇਸ ਤੋਂ ਪਹਿਲਾਂ ਵੀ ਇਸਨੇ ਕਿਸੇ ਨਾਲ ਇਸ ਤਰੀਕੇ ਠੱਗੀ? ਨਹੀਂ, ਇਸ ਦੇ ਖਿਲਾਫ ਜੋ ਅਸੀਂ ਰਿਕਾਰਡ ਚੈੱਕ ਕਰਵਾਇਆ ਹੁਣ ਤੱਕ ਇਸ ਦੇ ਖਿਲਾਫ ਹੋਰ ਕੋਈ ਐਫਆਈਆਰ ਨਹੀਂ ਪਾਈ ਗਈ ਹੈ। ਬਾਕੀ ਇਸ ਦਾ ਜੋ ਰੈਸ਼ੀ ਥਾਣਾ ਤਰਨਤਾਰਨ ਦੇ ਵਿੱਚ ਆ ਉੱਥੋਂ ਅਸੀਂ ਤਸੱਲੀ ਬਖਸ਼ ਰਿਕਾਰਡ ਚੈੱਕ ਕਰਾਵਾਂਗੇ ਤੇ ਉਸ ਤੋਂ ਬਾਅਦ ਹੀ ਪੂਰਨ ਤੌਰ ਤੇ ਦੱਸ ਸਕਦੇ ਕਿ ਉਸ ਦੇ ਖਿਲਾਫ ਪਹਿਲਾਂ ਵੀ ਕੋਈ ਠੱਗੀ ਠੋਰੇ ਦੇ ਜਾਂ ਕਿਸੇ ਹੋਰ ਤਰੀਕੇ ਦੇ ਮੁਕੱਦਮੇ ਦਰਜ ਹਨ ਜਾਂ ਨਹੀਂ। ਤੇ ਸਾਰੇ ਜਿੱਦਾਂ ਤੁਸੀਂ ਦੱਸਿਆ ਕਿ ਇਕੱਲਾ ਹੀ 3-4 ਸਿਮਾਂ ਦੇ ਉੱਤੇ ਇਹ ਇਕੱਲਾ ਹੀ ਕਰਦਾ ਪਿਆ ਜਾਂ ਗਰੋਹ ਹੈ ਇੱਕ ਹੋਈ? ਇਕੱਲਾ ਜੀ ਖੁਦ ਗੱਲਬਾਤ ਕਰਦਾ ਸੀ ਸਾਰੇ ਫੋਨਸ ਤੋਂ। ਇਹਦੇ ਕੋਲੋਂ ਹੀ ਸਾਰੀਆਂ ਸਿਮਾਂ ਬਰਾਮਦ ਹੋਈਆਂ। ਇਹਨੇ ਫੋਨ ਦੇ ਵਿੱਚ ਹੀ 3 WhatsApp ਅਲੱਗ-ਅਲੱਗ ਚਲਾਈ ਹੋਈ ਸੀਗੀ, ਜਿਸ ਤੋਂ ਇੱਕ ਖੁਦ ਬਣ ਕੇ, ਇੱਕ ਬੈਂਕ ਦਾ ਜਨਰਲ ਮੈਨੇਜਰ ਬਣ ਕੇ, ਇੱਕ ਆਪਦੀ ਮਦਰ ਬਣ ਕੇ ਅਲੱਗ-ਅਲੱਗ ਤਰੀਕੇ ਨਾਲ ਗੱਲਬਾਤ ਕਰਦਾ ਸੀ। ਜੀ ਕੀ ਮੈਸੇਜ ਕੀ ਦੇਣਾ ਚਾਹੋਗੇ ਸਰ ਆਮ ਜਨਤਾ ਨੂੰ? ਜਿਸ ਤਰ੍ਹਾਂ ਮੈਂ ਆਮ ਜਨਤਾ ਨੂੰ ਇਹੀ ਮੈਸੇਜ ਦੇਣਾ ਚਾਹੂੰਗਾ ਕਿ ਅਗਰ ਤੁਹਾਨੂੰ ਕੋਈ ਜੌਬ ਦਾ ਕੋਈ ਕਹਿੰਦਾ ਵਾ ਤਾਂ ਉਸ ਨੂੰ ਪਹਿਲਾਂ ਵੈਰੀਫਾਈ ਕਰੋ, ਕਿਉਂਕਿ ਕੋਈ ਵੀ ਜੌਬ ਇਦਾਂ ਪੈਸੇ ਨਾਲ ਨਹੀਂ ਮਿਲਦੀ। ਅਗਰ ਤੁਹਾਨੂੰ ਕਿਸੇ ਇੰਸਟੀਟਿਊਸ਼ਨ ਦੇ ਵਿੱਚ, ਕੋਈ ਗਵਰਨਮੈਂਟ ਇੰਸਟੀਟਿਊਸ਼ਨ ਦੇ ਵਿੱਚ, ਕੋਈ ਪ੍ਰਾਈਵੇਟ ਇੰਸਟੀਟਿਊਸ਼ਨ ਦੇ ਵਿੱਚ ਕੋਈ ਜੌਬ ਆਫਰ ਕਰਦਾ ਵਾ ਤਾਂ ਖੁਦ ਉਸ ਇੰਸਟੀਟਿਊਸ਼ਨ ਦੇ ਵਿੱਚ ਵਿਜ਼ਿਟ ਕਰੋ, ਉੱਥੇ ਜਾ ਕੇ ਪੁੱਛੋ ਕਿ ਕਿਸੇ ਤਰੀਕੇ ਨਾਲ ਕੋਈ ਵੈਕੈਂਸੀ ਨਿਕਲੀ ਹੈ ਜਾਂ ਨਹੀਂ, ਕੀ ਉਸ ਤਰੀਕੇ ਨਾਲ ਕੋਈ ਅਖਬਾਰ ਦੇ ਵਿੱਚ ਕੋਈ ਉਸ ਚੀਜ਼ ਦੀ ਕੋਈ ਐਡਵਰਟਾਈਜ਼ਮੈਂਟ ਆਈ ਹੈ ਜਾਂ ਨਹੀਂ। ਉਸ ਤੋਂ ਬਾਅਦ ਹੀ ਵਿਸ਼ਵਾਸ ਕਰੋ, ਫਾਰਮ ਭਰ ਕੇ ਉਸ ਇੰਸਟੀਟਿਊਸ਼ਨ ਦੇ ਵਿੱਚ ਜਮ੍ਹਾਂ ਕਰਾਓ ਤੇ ਜੋ ਅਗਰ ਕੋਈ ਤੁਹਾਨੂੰ ਪੈਸੇ ਦੀ ਮੰਗ ਕਰਦਾ ਕੋਈ ਜੌਬ ਵਾਸਤੇ ਉਹਦੀ ਤੁਰੰਤ ਇਨਫੋਰਮੇਸ਼ਨ ਪੁਲਿਸ ਨੂੰ ਦਿਓ ਤਾਂ ਕਿ ਅਸੀਂ ਠੱਗੀ ਠੋਰੀ ਤੋਂ ਬਚ ਸਕੀਏ। ਠੀਕ ਹੈ ਜੀ, ਥੈਂਕ ਯੂ।